ਜੈ ਮਸੀਹ ਜੀ। ਅੱਜ ਦਾ ਵਚਨ ਹੈ ਪਹਿਲਾ ਪਤਰਸ ਉਸਦਾ 5 ਅਧਿਆਇ ਅਤੇ ਉਸਦੀ 1 ਤੋਂ 11 ਆਇਤ ਤੱਕ। ਉਸ ਵਿੱਚ ਪਤਰਸ ਆਖਦਾ ਹੈ, ਹੁਣ ਮੈਂ ਤੁਹਾਡੀ ਸੰਗਤ ਦੇ ਬਜ਼ੁਰਗਾਂ ਨੂੰ ਬੇਨਤੀ ਕਰਦਾ ਹਾਂ। ਮੈਂ ਖੁਦ ਇੱਕ ਬਜ਼ੁਰਗ ਹਾਂ ਅਤੇ ਮਸੀਹ ਦੇ ਤਸੀਹਿਆਂ ਦਾ ਗਵਾਹ ਹਾਂ। ਮੈਂ ਉਸ ਮਹਿਮਾ ਵਿੱਚ ਭਾਗ ਲਵਾਂਗਾ ਜਿਹੜੀ ਸਾਨੂੰ ਦਰਸਾਈ ਜਾਵੇਗੀ। ਸਾਨੂੰ ਪਰਮੇਸ਼ਵਰ ਦੇ ਇੱਜੜ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਸ ਨੂੰ ਤੁਹਾਡੀ ਨਿਗਰਾਨੀ ਵਿੱਚ ਰੱਖ ਦਿੱਤਾ ਗਿਆ ਹੈ। ਤੁਹਾਨੂੰ ਪਰਮੇਸ਼ਰ ਨੂੰ ਪਸੰਦ ਕਰਨ ਲਈ ਇਸ 'ਤੇ ਸਵੈ ਇੱਛਾ ਪੂਰਵਕ ਨਜ਼ਰ ਰੱਖਣੀ ਚਾਹੀਦੀ ਹੈ, ਨਾ ਕਿ ਜਿਵੇਂ ਤੁਸੀਂ ਇਹ ਕਰਨ ਲਈ ਮਜਬੂਰ ਕੀਤੇ ਹੋਏ ਹੋਵੋ। ਤੁਹਾਨੂੰ ਇਹ ਕਰਨ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ, ਪਰ ਕਿਸੇ ਮਾਲ ਲਾਭ ਲਈ ਨਹੀਂ। ਇਹ ਲੋਕ ਤੁਹਾਡੀ ਦੇਖਭਾਲ ਹੇਠਾਂ ਰੱਖੇ ਗਏ ਹਨ। ਇਸ ਲਈ ਜ਼ਾਲਮ ਹਾਕਮ ਵਾਂਗ ਨਾ ਬਣੋ, ਸਗੋਂ ਕਲੀਸਿਆ ਲਈ ਇੱਕ ਉਦਾਹਰਨ ਦੀ ਤਰ੍ਹਾਂ ਹੋਵੋ। ਅਤੇ ਜਦੋਂ ਮੁੱਖ ਆਜੜੀ ਆਵੇਗਾ, ਤੁਸੀਂ ਸ਼ਾਨਦਾਰ ਤਾਜ ਪ੍ਰਾਪਤ ਕਰੋਗੇ ਜੋ ਆਪਣੀ ਸੁੰਦਰਤਾ ਨਹੀਂ ਗੁਆਉਂਦਾ। ਇਸੇ ਤਰ੍ਹਾਂ ਹੀ ਮੈਂ ਜਵਾਨ ਲੋਕਾਂ ਨੂੰ ਬਜ਼ੁਰਗਾਂ ਦੇ ਅਧਿਕਾਰ ਨੂੰ ਕਬੂਲਣ ਦੀ ਮੰਗ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਇੱਕ ਦੂਸਰੇ ਦੀ ਨਿਮਰਤਾ ਨਾਲ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਪਰਮੇਸ਼ਵਰ ਘਮੰਡੀ ਬੰਦਿਆਂ ਦੇ ਖਿਲਾਫ ਹੈ, ਪਰ ਉਹ ਹਮੇਸ਼ਾ ਨਿਮਾਣੇ ਬੰਦਿਆਂ ਨੂੰ ਕਿਰਪਾ ਦਰਸਾਉਂਦਾ ਹੈ। ਇਸ ਲਈ ਪਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥ ਹੇਠਾਂ ਨਿਮਰ ਰਹੋ, ਫਿਰ ਉਹ ਤੁਹਾਨੂੰ ਸਹੀ ਸਮਾਂ ਆਉਣ 'ਤੇ ਉੱਚਾ ਉਠਾਵੇਗਾ। ਆਪਣੀਆਂ ਸਾਰੀਆਂ ਚਿੰਤਾਵਾਂ ਉਸ ਵੱਲ ਮੋੜ ਦਿਓ, ਕਿਉਂਕਿ ਉਹ ਤੁਹਾਡਾ ਧਿਆਨ ਰੱਖਦਾ ਹੈ। ਖੁਦ 'ਤੇ ਕਾਬੂ ਰੱਖੋ ਅਤੇ ਸੁਚੇਤ ਰਹੋ। ਸ਼ੈਤਾਨ ਤੁਹਾਡਾ ਦੁਸ਼ਮਣ ਹੈ। ਉਹ ਸ਼ਿਕਾਰ ਨੂੰ ਖਾ ਜਾਣ ਲਈ ਇੱਕ ਸ਼ੇਰ ਵਾਂਗ ਗੱਜਦਾ ਹੋਇਆ ਚਾਰ ਚੁਫੇਰੇ ਘੁੰਮਦਾ ਹੈ। ਨਿਸ਼ਚਾ ਵਿੱਚ ਦ੍ਰਿੜ ਰਹੋ, ਉਸ ਦਾ ਵਿਰੋਧ ਕਰੋ। ਯਾਦ ਰੱਖੋ ਕਿ ਸਾਰੀ ਦੁਨੀਆ ਵਿੱਚ ਤੁਹਾਡੇ ਭੈਣ ਭਰਾ ਵੀ ਉਸੇ ਢੰਗ ਨਾਲ ਦੁੱਖ ਸਹਿ ਰਹੇ ਹਨ। ਪਰਮੇਸ਼ਰ ਨੇ ਆਪਣੀ ਕਿਰਪਾ ਦੁਆਰਾ ਤੁਹਾਨੂੰ ਯਿਸੂ ਮਸੀਹ ਵਿੱਚ ਸਦਾ ਵਾਲੀ ਮਹਿਮਾ ਵਿੱਚ ਸਾਂਝ ਪਾਉਣ ਲਈ ਸੱਦ ਦਿੱਤਾ ਸੀ। ਹਾਂ, ਤੁਹਾਨੂੰ ਥੋੜ੍ਹੇ ਅਰਸੇ ਲਈ ਦੁੱਖ ਝੱਲਣਾ ਪਵੇਗਾ ਅਤੇ ਉਸ ਤੋਂ ਮਗਰੋਂ ਪਰਮੇਸ਼ਰ ਸਭ ਚੀਜ਼ਾਂ ਠੀਕ ਕਰ ਦੇਵੇਗਾ। ਉਹ ਤੁਹਾਨੂੰ ਦ੍ਰਿੜ ਬਣਾਵੇਗਾ, ਉਹ ਤੁਹਾਡਾ ਆਸਰਾ ਹੋਵੇਗਾ ਅਤੇ ਤੁਹਾਨੂੰ ਡਿੱਗਣ ਤੋਂ ਬਚਾਵੇਗਾ। ਉਸ ਦੀ ਸ਼ਕਤੀ ਸਦਾ ਰਹਿੰਦੀ ਹੈ। ਆਮੀਨ। ਹੁਣ ਅਸੀਂ ਇਹ ਵਚਨ ਨੂੰ ਪੜ੍ਹਿਆ ਹੈ। ਸਟਾਰਟਿੰਗ ਦੇ ਵਿੱਚ ਮੈਂ ਕੁਝ ਕਹਿਣਾ ਚਾਹੁੰਦਾ ਹਾਂ, ਉਹ ਇਹ ਹੈ ਕਿ ਪਤਰਸ ਇੱਕ ਕਲੀਸਿਆ ਨੂੰ ਖੱਤ ਲਿਖ ਰਿਹਾ ਹੈ। ਕਲੀਸਿਆ ਕੀ ਹੈ? ਕਲੀਸਿਆ ਜਾਂ ਚਰਚ ਦੇ ਲੋਕ ਕੌਣ ਹਨ ਅਤੇ ਪਤਰਸ ਇਹਨਾਂ ਨੂੰ ਖੱਤ ਕਿਉਂ ਲਿਖਦਾ ਹੈ? ਕਲੀਸਿਆ ਉਹ ਲੋਕ ਹਨ ਜੋ ਯਿਸੂ ਮਸੀਹ ਦੇ ਖੂਨ ਦੇ ਖਰੀਦੇ ਹੋਏ ਹਨ। ਇਹਨਾਂ ਲੋਕਾਂ ਨੇ ਮੁਕਤੀ ਹਾਸਲ ਕਰ ਲਈ ਹੈ ਪ੍ਰਭੂ ਯਿਸੂ ਮਸੀਹ 'ਤੇ ਨਿਹਚਾ ਲਿਆ ਕੇ, ਅਤੇ ਇਹ ਲੋਕ ਹੁਣ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਦੇ ਹਨ, ਉਸ ਦੇ ਵਚਨ ਨੂੰ ਮੰਨਦੇ ਹਨ, ਉਸ ਦਾ ਕੰਮ ਆਪਣੀ ਜ਼ਿੰਦਗੀਆਂ 'ਚ ਕਰਦੇ ਹਨ ਅਤੇ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਜਗ੍ਹਾ ਜਗ੍ਹਾ 'ਤੇ ਲਿਜਾਂਦੇ ਹਨ ਅਤੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਲ ਜੋੜਦੇ ਹਨ। ਇਹ ਹੋ ਗਿਆ ਚਰਚ ਦਾ ਕੰਮ, ਕਲੀਸਿਆ ਦਾ ਕੰਮ। ਅਤੇ ਕਲੀਸਿਆ ਜੋ ਹੁੰਦੀ ਹੈ, ਕਈ ਭਾਈ ਭੈਣਾਂ ਨਾਲ ਬਣੀ ਹੁੰਦੀ ਹੈ ਜੋ ਕਿ ਯਿਸੂ ਮਸੀਹ ਦੇ ਵਿਸ਼ਵਾਸ ਕਰਦੇ ਹਨ। ਕਲੀਸਿਆ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਹਨ, ਅਤੇ ਹੁਣ ਅਸੀਂ ਯਿਸੂ ਮਸੀਹ ਵਿੱਚ ਭੈਣ ਭਰਾ ਬਣ ਗਏ ਹਾਂ। ਅਤੇ ਪੌਲੁਸ ਇਹਨਾਂ ਲੋਕਾਂ ਨੂੰ ਖੱਤ ਲਿਖ ਰਿਹਾ ਹੈ। ਇਹ ਲੋਕ ਜਿਹੜੇ ਸਨ, ਇਹ ਬਹੁਤ ਹੀ ਤਸੀਹਿਆਂ 'ਚੋਂ ਨਿਕਲ ਰਹੇ ਸਨ, ਕਿਉਂਕਿ ਇਹਨਾਂ ਨੂੰ ਆਪਣਾ ਦੇਸ਼ ਛੱਡਣਾ ਪਿਆ, ਕਿਉਂਕਿ ਇਹਨਾਂ ਉੱਤੇ ਬਹੁਤ ਹੀ ਭਾਰੀ ਮੁਸੀਬਤ ਆਈ ਹੋਈ ਸੀ, ਕਿਉਂਕਿ ਇਹਨਾਂ ਨੇ ਯਿਸੂ ਮਸੀਹ 'ਤੇ ਵਿਸ਼ਵਾਸ ਕੀਤਾ ਅਤੇ ਇਸ ਕਰਕੇ ਜਿਸ ਸ਼ਹਿਰ ਵਿੱਚ ਇਹ ਰਹਿੰਦੇ ਸੀ ਲੋਕ, ਉਹ ਸ਼ਹਿਰ ਵਾਲਿਆਂ ਨੇ ਮਸੀਹ ਨੂੰ ਪਸੰਦ ਨਹੀਂ ਕੀਤਾ। ਇਸ ਕਰਕੇ ਇਹਨਾਂ ਨੂੰ ਆਪਣਾ ਘਰ ਬਾਹਰ ਛੱਡ ਕੇ ਦੌੜ ਜਾਣਾ ਪਿਆ। ਅਤੇ ਪਤਰਸ ਇਹਨਾਂ ਲੋਕਾਂ ਨੂੰ ਖੱਤ ਲਿਖਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਵਿਸ਼ਵਾਸ ਵਿੱਚ ਬਣੇ ਰਹੋ। ਅਤੇ ਦੋ ਗੱਲਾਂ ਅਸੀਂ ਦੇਖਦੇ ਹਾਂ ਜੋ ਕਿ ਪਤਰਸ ਇਹਨਾਂ ਲੋਕਾਂ ਨੂੰ ਆਖਦਾ ਹੈ। ਉਹ ਕੀ ਹੈ? ਪਹਿਲੀ ਗੱਲ ਇਹ ਹੈ ਕਿ ਜੋ ਪਤਰਸ ਹੈ ਉਹ ਚਰਚ ਦੇ ਨਿਗਾਹਬਾਨਾਂ ਨੂੰ ਕਹਿੰਦਾ ਹੈ, ਬਜ਼ੁਰਗਾਂ ਨੂੰ। ਹੁਣ ਜਦੋਂ ਅਸੀਂ ਇਹ ਵਰਡ ਪੰਜਾਬੀ 'ਚ ਦੇਖਿਆ ਸ਼ਬਦ ਬਜ਼ੁਰਗ, ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਬਜ਼ੁਰਗ ਜ਼ਿਆਦਾ ਉਮਰ ਵਾਲੇ ਸੀ ਤਾਂ ਉਹਨਾਂ ਨੂੰ ਉਹ ਬਜ਼ੁਰਗ ਕਹਿੰਦਾ ਸੀ। ਜਦੋਂ ਅਸੀਂ ਇਸ ਦੀ ਸਹੀ ਤਰ੍ਹਾਂ ਸਟੱਡੀ ਕਰਦੇ ਹਾਂ ਅਤੇ ਅਸੀਂ ਯੂਨਾਨੀ ਭਾਸ਼ਾ 'ਚ ਜਦੋਂ ਅਸੀਂ ਇਹਨੂੰ ਦੇਖਦੇ ਹਾਂ, ਸਾਨੂੰ ਪਤਾ ਲੱਗਦਾ ਹੈ ਕਿ ਪਤਰਸ ਜੋ ਹੈ ਉਹ ਪਾਸਟਰਾਂ ਦੀ ਗੱਲ ਕਰਦਾ ਹੈ, ਜੋ ਕਿ ਚਰਚਾਂ ਦੇ ਵਿੱਚ, ਕਲੀਸਿਆਵਾਂ ਦੇ ਵਿੱਚ ਸੇਵਕਾਈ ਕਰਦੇ ਹਨ। ਉਹ ਲੋਕ ਜਿਹੜੇ ਕਿ ਪ੍ਰਚਾਰ ਕਰਦੇ ਹਨ
ਜਿਨ੍ਹਾਂ ਨੂੰ ਯਿਸੂ ਮਸੀਹ ਨੇ ਬੁਲਾਇਆ ਹੈ ਸੇਵਕਾਈ ਲਈ। ਅਤੇ ਹੁਣ ਉਹ ਇਹਨਾਂ ਬੰਦਿਆਂ ਦੀ ਗੱਲ ਕਰਦਾ ਹੈ ਅਤੇ ਉਹ ਕਹਿੰਦਾ ਹੈ ਕਿ ਮੈਂ ਉਹਨਾਂ ਬਜ਼ੁਰਗਾਂ ਨੂੰ ਬੇਨਤੀ ਕਰਦਾ ਹਾਂ, ਯਾਨੀ ਕਿ ਉਹਨਾਂ ਪਾਸਟਰਾਂ ਨੂੰ, ਉਹਨਾਂ ਪ੍ਰਚਾਰਕਾਂ ਨੂੰ ਇਹ ਬੇਨਤੀ ਕਰਦਾ ਹੈ, ਕਿਉਂਕਿ ਉਹ ਖੁਦ ਆਪ ਵੀ ਪ੍ਰਚਾਰਕ ਸੀ। ਕਿਉਂਕਿ ਉਹ ਕਹਿੰਦਾ ਹੈ ਕਿ ਮੈਂ ਖੁਦ ਵੀ ਬਜ਼ੁਰਗ ਹਾਂ ਅਤੇ ਮਸੀਹ ਦੇ ਤਸੀਹਿਆਂ ਦਾ ਗਵਾਹ ਹਾਂ। ਮੈਂ ਉਸ ਮਹਿਮਾ ਵਿੱਚ ਭਾਗ ਲਵਾਂਗਾ ਜੋ ਸਾਨੂੰ ਦਰਸਾਈ ਜਾਵੇਗੀ, ਕਿਉਂਕਿ ਜਦੋਂ ਯਿਸੂ ਮਸੀਹ ਵਾਪਸ ਆਏਗਾ ਅਤੇ ਜੋ ਪ੍ਰਭੂ ਦੇ ਪਾਸਟਰ ਹਨ, ਪ੍ਰਚਾਰਕ ਹਨ, ਉਹਨਾਂ ਨੂੰ ਕਿ ਪ੍ਰਭੂ ਇੱਕ ਚੰਗਾ ਰੁਤਬਾ ਦੇਵੇਗਾ, ਉਹਨਾਂ ਨੂੰ ਚੰਗੀ ਰਿਸਪੈਕਟ ਦੇਵੇਗਾ, ਕਿਉਂਕਿ ਇਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਕੰਮ ਨੂੰ ਪੂਰਾ ਕੀਤਾ। ਅਤੇ ਉਹ ਕਹਿੰਦਾ ਹੈ ਕਿ ਜੋ ਪ੍ਰਚਾਰਕ ਹੁੰਦੇ ਹਨ, ਜੋ ਪਾਸਟਰ ਹੁੰਦੇ ਹਨ, ਉਹਨਾਂ ਦੇ ਕੀ ਕੰਮ ਹਨ। ਉਹ ਕਹਿੰਦਾ ਹੈ ਕਿ ਤੁਹਾਨੂੰ ਪਰਮੇਸ਼ਰ ਦੇ ਇੱਜ਼ਤ, ਯਾਨੀ ਕਿ ਜੋ ਭੇਡਾਂ ਹਨ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜੋ ਕਲੀਸਿਆਵਾਂ ਦੇ ਵਿੱਚ ਮਸੀਹ ਲੋਕ ਆਉਂਦੇ ਹਨ ਉਹ ਖੁਦਾਵੰਦ ਦੀਆਂ ਕੀ ਭੇਡਾਂ ਹਨ। ਅਤੇ ਉਹ ਕਹਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਲੋਕਾਂ ਨੂੰ ਤੁਹਾਡੀ ਨਿਗਰਾਨੀ ਵਿੱਚ ਰੱਖਿਆ ਹੈ, ਇਸ ਕਰਕੇ ਤੁਸੀਂ ਪਰਮੇਸ਼ਰ ਨੂੰ ਪ੍ਰਸੰਨ ਕਰੋ ਅਤੇ ਉਹ ਕੰਮ ਜੋ ਕਰਦੇ ਹੋ ਤੁਸੀਂ ਉਹ ਪ੍ਰਭੂ ਨੂੰ ਮੋਹਰੇ ਰੱਖ ਕੇ ਕੰਮ ਕਰੋ। ਜਦੋਂ ਅਸੀਂ ਪ੍ਰਚਾਰ ਕਰਦੇ ਹਾਂ, ਸੇਵਕਾਈ ਕਰਦੇ ਹਾਂ, ਸਾਡੀ ਇੱਕ ਅੱਖ ਕਲੀਸਿਆ 'ਤੇ ਹੋਣੀ ਚਾਹੀਦੀ ਹੈ, ਦੂਜੀ ਅੱਖ ਸਾਡੀ ਪ੍ਰਭੂ ਯਿਸੂ ਮਸੀਹ 'ਤੇ ਲੱਗੀ ਰਹਿਣੀ ਚਾਹੀਦੀ ਹੈ। ਇਹ ਪਾਸਟਰਾਂ ਦਾ ਕੰਮ ਹੈ। ਫਿਰ ਉਹ ਕਹਿੰਦਾ ਹੈ ਤੁਹਾਨੂੰ ਪਰਮੇਸ਼ਰ ਨੂੰ ਪ੍ਰਸੰਨ ਕਰਨ ਲਈ ਇਸ 'ਤੇ ਸਵੈ ਇੱਛਾ ਪੂਰਵਕ ਨਜ਼ਰ ਰੱਖਣੀ ਚਾਹੀਦੀ ਹੈ, ਨਾ ਕਿ ਜਿਵੇਂ ਤੁਸੀਂ ਇਹ ਕੰਮ ਕਰਨ ਲਈ ਮਜਬੂਰ ਕੀਤੇ ਹੋਏ ਹੋਵੋ। ਜਦੋਂ ਪ੍ਰਭੂ ਯਿਸੂ ਮਸੀਹ ਪਾਸਟਰਾਂ ਨੂੰ ਬੁਲਾਉਂਦਾ ਹੈ ਅਤੇ ਜੇ ਪਾਸਟਰ ਹਮੇਸ਼ਾ ਕੰਪਲੇਨ ਕਰੀ ਜਾਣ ਅਤੇ ਕਹੀ ਜਾਣ ਮੈਂ ਕੰਮ ਨਹੀਂ ਕਰਨਾ ਚਾਹੁੰਦਾ ਜਾਂ ਇਹ ਮੈਂ ਨਹੀਂ ਸੀ ਕਰਨਾ ਚਾਹੁੰਦਾ, ਮੈਨੂੰ ਕਿਸੇ ਨੇ ਧੱਕੇ ਨਾਲ ਬਣਾ ਦਿੱਤਾ ਪਾਸਟਰ, ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ। ਕਿਉਂਕਿ ਜੋ ਸੇਵਕਾਈ ਲਈ ਬੁਲਾਇਆ ਜਾਂਦਾ ਹੈ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਬੁਲਾਇਆ ਜਾਂਦਾ ਹੈ। ਜੋ ਸੱਚੇ ਪਾਸਟਰ ਹਨ, ਸੱਚੇ ਪ੍ਰਚਾਰਕ ਹਨ, ਉਹ ਯਿਸੂ ਮਸੀਹ ਦੇ ਸੱਦੇ ਹੋਏ ਹੁੰਦੇ ਹਨ। ਇਸ ਕਰਕੇ ਯਿਸੂ ਮਸੀਹ ਨੇ ਉਹਨਾਂ ਨੂੰ ਚਰਚਾਂ ਦੇ ਵਿੱਚ ਇੱਕ ਰੁਤਬਾ ਦਿੱਤਾ ਹੁੰਦਾ ਹੈ, ਜੋ ਕਿ ਕਾਫੀ ਹੀ ਚੰਗਾ ਰੁਤਬਾ ਹੈ। ਅਸੀਂ ਪੜ੍ਹਦੇ ਹਾਂ ਤੀਤੁਸ ਦੀ ਕਿਤਾਬ 'ਚ ਵੀ ਕਿ ਕਿਵੇਂ ਪੌਲੁਸ ਕਹਿੰਦਾ ਹੈ ਕਿ ਜੋ ਕੋਈ ਪਾਸਟਰ ਬਣਨਾ ਚਾਹੁੰਦਾ, ਜੋ ਬੰਦਾ ਜੋ ਕਿ ਮਸੀਹੀ ਹੋਵੇ, ਵਿਸ਼ਵਾਸ ਕਰਦਾ ਹੋਵੇ ਅਤੇ ਪ੍ਰਭੂ ਦੇ ਵਚਨ 'ਚ ਉਹ ਕਾਫੀ ਰੁੱਝਿਆ ਹੋਵੇ ਅਤੇ ਲੋਕਾਂ ਨੂੰ ਪ੍ਰਭੂ ਦਾ ਵਚਨ ਸਿਖਾਉਣਾ ਚਾਹੁੰਦਾ ਹੋਵੇ, ਸੇਵਕਾਈ ਕਰਨਾ ਚਾਹੁੰਦਾ ਹੋਵੇ, ਉਹ ਲੋਕ ਹੀ ਸੱਦੇ ਹੋਏ ਹੁੰਦੇ ਹਨ ਪ੍ਰਚਾਰਕ ਬਣਨ ਲਈ ਜਾਂ ਪਾਸਟਰ ਬਣਨ ਲਈ। ਨਾ ਤਾਂ ਕੋਈ ਔਰਤ ਪਾਸਟਰ ਬਣ ਸਕਦੀ ਹੈ ਅਤੇ ਨਾ ਹੀ ਕੋਈ ਕਹਿ ਲਓ ਇੱਕ ਇੱਦਾਂ ਦਾ ਇਨਸਾਨ ਪਾਸਟਰ ਬਣ ਸਕਦਾ ਹੈ ਜੋ ਕਿ ਪਾਪ 'ਚ ਰਹਿੰਦਾ ਹੋਵੇ ਜਾਂ ਜਿਸ ਨੂੰ ਵਚਨ ਦੀ ਕਿੰਨੀ ਜ਼ਿਆਦਾ ਜਾਣਕਾਰੀ ਨਾ ਹੋਵੇ। ਉਸ ਇਨਸਾਨ ਨੂੰ ਪਾਸਟਰ ਬਣਨਾ ਨਹੀਂ ਚਾਹੀਦਾ। ਪਰ ਐਨੀਵੇ ਫਿਰ ਅਸੀਂ ਦੇਖਦੇ ਹਾਂ ਕਿ ਇਹ ਜਿਹੜੇ ਪਾਸਟਰ ਲੋਕ ਹੁੰਦੇ ਹਨ ਇਹ ਪ੍ਰਭੂ ਦੇ ਦੁਆਰਾ ਨਿਯੁਕਤ ਕੀਤੇ ਹੁੰਦੇ ਹਨ ਚਰਚਾਂ ਦੇ ਵਿੱਚ। ਅਤੇ ਉਹ ਕਹਿੰਦਾ ਹੈ ਕਿ ਤੁਸੀਂ ਭੇਡਾਂ ਦੀ ਦੇਖਭਾਲ ਕਰੋ, ਇੱਕ ਜ਼ਾਲਮ ਹਾਕਮ ਵਾਂਗੂ ਨਹੀਂ। ਹਾਂ, ਇਹ ਜ਼ਰੂਰ ਹੈ ਕਿ ਹਰੇਕ ਪਾਸਟਰ ਦਾ ਕੰਮ ਹੈ ਕਿ ਉਹ ਆਪਣੀ ਕਲੀਸਿਆ ਨੂੰ ਸਿਖਾਵੇ, ਉਹਨਾਂ ਨੂੰ ਚੰਗਾ ਵਚਨ ਦੇਵੇ ਅਤੇ ਜੇ ਪ੍ਰਭੂ ਦੇ ਲੋਕ ਪ੍ਰਭੂ ਦੇ ਪਿੱਛੇ ਨਹੀਂ ਚੱਲਦੇ ਅਤੇ ਉਹਨਾਂ ਨੂੰ ਸਾਵਧਾਨ ਵੀ ਕਰੇ ਅਤੇ ਕਈ ਵਾਰੀ ਤਾੜਨਾ ਵੀ ਪੈਂਦਾ ਹੈ, ਪਰ ਉਹ ਤਾੜਨਾ ਵੀ ਇੱਕ ਪਿਆਰ ਵਾਲਾ ਤਾੜਨਾ ਹੁੰਦਾ ਹੈ, ਨਾ ਕਿ ਕੁੱਟਮਾਰ ਵਾਲਾ। ਅਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਹਨ। ਅਤੇ ਫਿਰ ਅਸੀਂ ਦੇਖਦੇ ਹਾਂ ਕਿ ਉਹ ਕਹਿੰਦਾ ਹੈ ਕਿ ਇੱਕ ਜ਼ਾਲਮ ਹਾਕਮ ਵਾਂਗੂ ਨਾ ਬਣੋ। ਕਿ ਹੁਣ ਮੈਂ ਤੁਹਾਡੇ ਦਰਮਿਆਨ ਜਦੋਂ ਪ੍ਰਚਾਰ ਕਰਦਾ ਹਾਂ, ਮੈਂ ਤੁਹਾਡਾ ਨਾ ਤਾਂ ਕੋਈ ਬੌਸ ਹਾਂ, ਨਾ ਮੈਂ ਤੁਹਾਡਾ CEO ਜਾਂ ਮੈਨੇਜਰ ਹਾਂ, ਮੈਂ ਤੁਹਾਡਾ ਭਰਾ ਹਾਂ ਮਸੀਹ ਦੇ ਵਿੱਚ, ਜੋ ਕਿ ਪ੍ਰਭੂ ਦੇ ਦੁਆਰਾ ਕਿ ਮੈਂ ਇੱਕ ਪਾਸਟਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਹੋਇਆ ਹਾਂ ਪ੍ਰਭੂ ਦੇ ਦੁਆਰਾ। ਇਸ ਲਈ ਮੇਰਾ ਕੰਮ ਹੈ ਕਿ ਮੈਂ ਤੁਹਾਡੇ ਨਾਲ ਮਿਲ ਕੇ ਤੁਹਾਡੇ ਨਾਲ ਪ੍ਰਾਰਥਨਾ ਕਰਾਂ ਅਤੇ ਤੁਹਾਨੂੰ ਪ੍ਰਭੂ ਦੇ ਵਚਨ ਨੂੰ ਸਿਖਾਵਾਂ ਅਤੇ ਤੁਹਾਨੂੰ ਪ੍ਰਭੂ ਦੇ ਨਾਲ ਹਮੇਸ਼ਾ ਜੋੜਦਾ ਰਹਾਂ। ਅਤੇ ਜੇ ਤੁਹਾਨੂੰ ਕੋਈ ਤੰਗੀ ਹੈ, ਤਕਲੀਫ ਹੈ, ਮੈਂ ਤੁਹਾਡੇ ਨਾਲ ਆ ਕੇ ਪ੍ਰਾਰਥਨਾ ਕਰਾਂ, ਤੁਹਾਨੂੰ ਇੱਕ ਇਨਕਰੇਜਮੈਂਟ ਦੇਵਾਂ, ਤੁਹਾਡੇ ਨਾਲ ਬੈਠਾਂ, ਤੁਹਾਡੀ ਗੱਲ ਨੂੰ ਸੁਣਾ, ਤੁਹਾਨੂੰ ਪ੍ਰਭੂ ਦੇ ਨਾਲ ਜੋੜਾਂ। ਜੇ ਤੁਸੀਂ ਕੁਝ ਗਲਤ ਕਰਦੇ ਹੋ ਤੁਹਾਨੂੰ ਆ ਕੇ ਮੈਂ ਸੁਚੇਤ ਵੀ ਕਰਾਂ। ਇਹ ਕੰਮ ਮੇਰਾ ਹੈ ਅਤੇ ਇਹ ਕੰਮ ਉਹਨਾਂ ਸਾਰੇ ਪਾਸਟਰਾਂ ਦਾ ਹੈ ਜੋ ਕਿ ਆਪਣੇ ਚਰਚਾਂ ਵਿੱਚ ਕੀ ਸੇਵਕਾਈ ਕਰਦੇ ਹਨ। ਇੱਕ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਜਦੋਂ ਪ੍ਰਭੂ ਯਿਸੂ ਮਸੀਹ ਇੱਕ ਪਾਸਟਰਾਂ ਨੂੰ ਨਿਯੁਕਤ ਕਰਦਾ ਹੈ, ਪਰ ਉਹ ਪਾਸਟਰ ਪ੍ਰਭੂ ਯਿਸੂ ਮਸੀਹ ਦੇ ਹੇਠਾਂ ਕੰਮ ਕਰਦੇ ਹਨ। ਚਰਚ ਦਾ ਜੋ ਮੇਨ ਪਾਸਟਰ ਹੁੰਦਾ ਹੈ ਉਹ ਯਿਸੂ ਮਸੀਹ ਹੀ ਹੁੰਦਾ ਹੈ। ਇਹ ਗੱਲ ਸਾਨੂੰ ਕਦੀ ਭੁੱਲਣੀ ਨਹੀਂ ਚਾਹੀਦੀ। ਹੁਣ ਕਈ ਲੋਕ ਇਹ ਗੱਲ ਨੂੰ ਜਾਣਦੇ ਨਹੀਂ ਹਨ, ਕਈ ਵਾਰੀ ਲੋਕ ਇਹ ਗੱਲ ਨੂੰ ਸੋਚਦੇ ਵੀ ਨਹੀਂ ਹਨ। ਹਰ ਇੱਕ ਚਰਚ ਦਾ ਜੋ ਸੱਚਾ ਚਰਚ ਹੈ ਪ੍ਰਭੂ ਦਾ, ਉਸ ਦਾ ਪਾਸਟਰ, ਅਸਲੀ ਪਾਸਟਰ ਪ੍ਰਭੂ ਯਿਸੂ ਮਸੀਹ ਹੀ ਹੁੰਦਾ ਹੈ। ਅਸਲੀ ਚਰਵਾਹਾ ਪ੍ਰਭੂ ਯਿਸੂ ਮਸੀਹ ਹੈ ਅਤੇ ਉਹਦੇ ਹੇਠਾਂ ਵਾਲੇ ਜਿਹੜੇ ਛੋਟੇ ਚਰਵਾਹੇ ਹੁੰਦੇ ਹਨ ਉਹ ਹੁੰਦੇ ਹਨ ਪਾਸਟਰ ਲੋਕ, ਜੋ ਪ੍ਰਚਾਰਕ ਹੁੰਦੇ ਹਨ, ਲੋਕਾਂ ਨੂੰ ਸੇਵਕਾਈ ਦੇ ਨਾਲ ਇਨਕਰੇਜ ਕਰਦੇ ਹਨ,
ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਲਈ ਪ੍ਰਾਰਥਨਾ ਕਰਦੇ ਹਨ, ਉਹਨਾਂ ਦੇ ਲਈ ਇੱਕ ਬਰਕਤ ਦਾ ਵੀ ਕਾਰਨ ਹੁੰਦੇ ਹਨ। ਕਿਉਂਕਿ ਜੋ ਭੇਡਾਂ ਹਨ ਉਹਨਾਂ ਨੂੰ ਇੱਕ ਸੁਰੱਖਿਆ ਦੀ ਲੋੜ ਹੁੰਦੀ ਹੈ। ਜਦੋਂ ਅਸੀਂ ਭੇਡਾਂ ਦੀ ਗੱਲ ਕਰੀਏ, ਜਦੋਂ ਭੇਡਾਂ ਰਹਿੰਦੀਆਂ ਹਨ ਖੇਤਾਂ ਦੇ ਵਿੱਚ, ਪਹਾੜਾਂ ਦੇ ਉੱਤੇ, ਉਹਨਾਂ ਲਈ ਇੱਕ ਚਰਵਾਹੇ ਦੀ ਲੋੜ ਹੁੰਦੀ ਹੈ। ਇਹ ਚਰਵਾਹਾ ਜੋ ਹੁੰਦਾ ਹੈ ਉਹ ਭੇਡਾਂ ਨੂੰ ਚਾਰਦਾ ਵੀ ਹੈ, ਉਹਨਾਂ ਨੂੰ ਖਾਣਾ ਵੀ ਦਿੰਦਾ ਹੈ, ਅਤੇ ਉਹਨਾਂ ਨੂੰ ਜੋ ਭੇੜੀਏ ਹੁੰਦੇ ਹਨ ਉਹਨਾਂ ਤੋਂ ਬਚਾਉਂਦਾ ਵੀ ਹੈ। ਇਸੇ ਤਰ੍ਹਾਂ ਇੱਕ ਪਾਸਟਰ ਵੀ ਆਪਣੇ ਚਰਚ ਦੇ ਲੋਕਾਂ ਨੂੰ ਬਲੈਸ ਕਰਦਾ ਹੈ, ਉਹਨਾਂ ਦੀ ਪ੍ਰਾਰਥਨਾ ਕਰਦਾ ਹੈ, ਉਹਨਾਂ ਨੂੰ ਵਚਨ ਸਿਖਾਉਂਦਾ ਹੈ, ਉਹਨਾਂ ਨਾਲ ਬਹਿੰਦਾ ਹੈ, ਸੁਣਦਾ ਹੈ ਉਹਨਾਂ ਦੀਆਂ ਗੱਲਾਂ ਨੂੰ, ਅਤੇ ਉਹਨਾਂ ਨੂੰ ਇੱਕ ਤਸੱਲੀ ਦਿੰਦਾ ਹੈ। ਉਹਨਾਂ ਦੀ ਖੁਸ਼ੀ ਵਿੱਚ ਉਹ ਸ਼ਾਮਿਲ ਹੁੰਦਾ ਹੈ, ਉਹਨਾਂ ਦੀ ਦੁੱਖ ਵਿੱਚ ਉਹ ਉਹਨਾਂ ਦਾ ਸਾਥ ਦਿੰਦਾ ਹੈ। ਅਤੇ ਜਦੋਂ ਕੋਈ ਉਹਨਾਂ 'ਤੇ ਮੁਸੀਬਤ ਹੁੰਦੀ ਹੈ, ਸਪੈਸ਼ਲੀ ਜਦੋਂ ਕੋਈ ਬੁਰੇ ਬੰਦੇ ਚਰਚਾਂ ਵਿੱਚ ਆ ਜਾਂਦੇ ਹਨ, ਜਾਂ ਬੁਰੇ ਬੰਦੇ ਘਰਾਂ 'ਚ ਆ ਜਾਂਦੇ ਹਨ, ਅਤੇ ਉਹ ਪਾਸਟਰ ਦੀ ਇੱਕ ਹੁੰਦੀ ਹੈ ਡਿਊਟੀ ਕਿ ਉਹ ਆਪਣੇ ਲੋਕਾਂ ਨੂੰ ਸੁਚੇਤ ਕਰਦਾ ਰਹੇ, ਜਿਵੇਂ ਕਿ ਇੱਕ ਚਰਵਾਹਾ ਭੇਡਾਂ ਨੂੰ ਭੇੜੀਆਂ ਤੋਂ ਬਚਾਉਂਦਾ ਹੈ। ਅਤੇ ਜਦੋਂ ਪਾਸਟਰ ਲੋਕ ਇਹ ਚੀਜ਼ਾਂ ਕਰਦੇ ਰਹਿੰਦੇ ਹਨ ਅਤੇ ਪ੍ਰਭੂ ਦੇਖਦਾ ਹੈ, ਅਤੇ ਪ੍ਰਭੂ ਉਹਨਾਂ ਦੀ ਮਿਨਿਸਟਰੀ ਨੂੰ ਵੀ ਬਲੈਸ ਕਰਦਾ ਹੈ। ਅਤੇ ਜਦੋਂ ਉਹ ਮਰ ਕੇ ਪ੍ਰਭੂ ਦੇ ਕੋਲ ਜਾਂਦੇ ਹਨ, ਪ੍ਰਭੂ ਉਹਨਾਂ ਨੂੰ ਇੱਕ ਸ਼ਾਨਦਾਰ ਤਾਜ ਵੀ ਦਿੰਦਾ ਹੈ। ਇਹ ਇੱਕ ਹੋ ਗਿਆ ਪ੍ਰੋਮਿਸ ਪਾਸਟਰ ਲੋਕਾਂ ਲਈ। ਅਤੇ ਉਹ ਕਹਿੰਦਾ ਹੈ ਕਿ ਮੈਂ ਵੀ ਬਜ਼ੁਰਗ ਹਾਂ, ਤੁਸੀਂ ਵੀ ਬਜ਼ੁਰਗ ਹੋ। ਉਹਨਾਂ ਬਜ਼ੁਰਗਾਂ ਨੂੰ ਉਹ ਬੇਨਤੀ ਕਰਦਾ ਹੈ ਕਿ ਤੁਸੀਂ ਪ੍ਰਭੂ ਦੇ ਲੋਕਾਂ ਦਾ ਖਿਆਲ ਰੱਖੋ। ਅਤੇ ਅਸੀਂ ਦੂਜੀ ਗੱਲ ਇਹ ਦੇਖਦੇ ਹਾਂ, ਜੋ ਨੌਜਵਾਨ ਲੋਕ, ਹੁਣ ਅਸੀਂ ਪੰਜਾਬੀ ਵਿੱਚ ਐਕਚੁਅਲੀ ਇਹ ਬਹੁਤ ਕਲੀਅਰ ਨਹੀਂ ਹੈ ਗੱਲ। ਇਸੇ ਤਰ੍ਹਾਂ ਮੈਂ ਜਵਾਨ ਲੋਕਾਂ ਨੂੰ ਵੀ ਬਜ਼ੁਰਗਾਂ ਦੇ ਅਧਿਕਾਰ ਨੂੰ ਕਬੂਲਣ ਦੀ ਮੰਗ ਕਰਦਾ ਹਾਂ। ਹੁਣ ਇਹ ਜਵਾਨ ਲੋਕ ਕੌਣ ਹਨ? ਅਗੇਨ ਮੈਂ ਜਿਹੜੀ ਗੱਲ ਕਰਦਾ ਹਾਂ, ਇਹ ਕੋਈ ਏਜ ਗਰੁੱਪ ਦੀ ਨਹੀਂ ਗੱਲ ਹੋ ਰਹੀ। ਇਹ ਲੋਕਾਂ ਦੀ ਨਹੀਂ ਗੱਲ ਹੁੰਦੀ ਵੀ ਉਹ ਬੁੜੇ ਹਨ ਅਤੇ ਇਹ ਨੌਜਵਾਨ ਹਨ। ਨਹੀਂ, ਜਵਾਨ ਲੋਕ ਉਹ ਹਨ। ਹੁਣ ਫਿਰ ਜੇ ਅਸੀਂ ਯੂਨਾਨੀ ਭਾਸ਼ਾ ਨੂੰ ਦੇਖੀਏ ਤਾਂ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਇਹ ਜੋ ਜਵਾਨ ਲੋਕ ਉਹ ਹਨ ਜੋ ਕਿ ਪ੍ਰਭੂ ਦੀ ਕਲੀਸਿਆ ਹੈ। ਮੇਰੇ ਚਰਚ ਵਿੱਚ ਕਈ ਲੋਕ ਇੱਦਾਂ ਦੇ ਹਨ ਜੋ ਮੇਰੇ ਤੋਂ ਵੱਡੇ ਹਨ। ਹਾਲਾਂਕਿ ਮੈਂ ਉਹਨਾਂ ਦਾ ਪਾਸਟਰ ਹਾਂ, ਪਰ ਉਹ ਮੇਰੇ ਤੋਂ ਵੱਡੇ ਹਨ। ਪਰ ਅਹੁਦੇ ਦੇ ਉੱਤੇ ਇੱਕ ਤਰ੍ਹਾਂ ਮੈਂ ਉਹਨਾਂ ਦੀ ਦੇਖਭਾਲ ਕਰਦਾ ਹਾਂ। ਹਾਲਾਂਕਿ ਮੈਂ ਉਹਨਾਂ ਦੀ ਉਮਰ ਤੋਂ ਛੋਟਾ ਹਾਂ, ਪਰ ਮੈਂ ਉਹਨਾਂ ਦੀ ਦੇਖਭਾਲ ਕਰਦਾ ਹਾਂ ਆਤਮਿਕ ਤਰੀਕੇ 'ਤੇ। ਇਸੇ ਤਰ੍ਹਾਂ ਇਹ ਨੌਜਵਾਨ ਆਤਮਿਕ ਤੌਰ 'ਤੇ ਪਾਸਟਰਾਂ ਦੇ ਥੱਲੇ ਆ ਗਏ। ਹੁਣ ਪਾਸਟਰ ਜੋ ਹਨ, ਇਹਦਾ ਮਤਲਬ ਇਹ ਨਹੀਂ ਹੈ ਕਿ ਪਾਸਟਰ ਲੋਕਾਂ ਨੂੰ ਤਾੜੀ ਜਾਣ ਜਾਂ ਉਹਨਾਂ 'ਤੇ ਕੰਟਰੋਲ ਕਰੀ ਜਾਣ ਜਾਂ ਮੈਨੀਪੂਲੇਟ ਕਰੀ ਜਾਣ। ਇਹ ਇੱਦਾਂ ਦੀ ਗੱਲ ਨਹੀਂ ਹੁੰਦੀ। ਉਹ ਗੱਲ ਕਰਦਾ ਹੈ ਕਿ ਜੋ ਜਵਾਨ ਲੋਕ ਹਨ, ਜੋ ਕਿ ਵਿਸ਼ਵਾਸ ਦੇ ਵਿੱਚ ਇੱਕ ਉਹਨਾਂ ਦਾ ਜਿਹੜਾ ਇੱਕ ਪਾਸਟਰਾਂ ਦਾ ਅਹੁਦਾ ਹੈ ਉਹ ਉੱਤੇ ਹੁੰਦਾ ਹੈ ਲੋਕਾਂ ਤੋਂ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਲੋਕਾਂ ਤੋਂ ਉੱਤੇ ਹੋ ਗਏ ਅਤੇ ਉਹ ਲੋਕਾਂ ਨੂੰ ਮਾਰੀ ਜਾਣ। ਨਹੀਂ, ਉਹ ਲੋਕਾਂ ਦੇ ਨਾਲ ਮਿਲ ਕੇ ਅਤੇ ਲੋਕ ਉਹਨਾਂ ਦੇ ਨਾਲ ਮਿਲ ਕੇ ਕਲੀਸਿਆ ਦੇ ਵਿੱਚ ਪ੍ਰਭੂ ਦੀ ਸੇਵਕਾਈ ਕਰਦੇ ਹਨ, ਕਿਉਂਕਿ ਸਾਰੇ ਹੀ ਪ੍ਰਭੂ ਦੇ ਸੇਵਕ ਹਨ ਅਤੇ ਸਾਰੇ ਹੀ ਪ੍ਰਭੂ ਦੇ ਖਰੀਦੇ ਹੋਏ ਲੋਕ ਹਨ ਅਤੇ ਸਾਰੇ ਹੀ ਭੈਣ ਭਰਾ ਹਾਂ। ਹਾਲਾਂਕਿ ਮੈਂ ਆਪਣੇ ਚਰਚ ਦਾ ਪਾਸਟਰ ਹਾਂ, ਪਰ ਮੈਂ ਆਪਣੇ ਚਰਚ ਦੇ ਲੋਕਾਂ ਦਾ ਭਰਾ ਹਾਂ ਅਤੇ ਉਹ ਮੇਰੇ ਭੈਣ ਭਰਾ ਹਨ, ਕਿਉਂਕਿ ਪ੍ਰਭੂ ਦੀ ਨਜ਼ਰਾਂ 'ਚ ਅਸੀਂ ਸਭ ਇੱਕੋ ਜਿਹੇ ਹਾਂ। ਹਾਲਾਂਕਿ ਸਾਡੇ ਅਹੁਦੇ ਡਿਫਰੈਂਟ ਹੁੰਦੇ ਹਨ। ਅਹੁਦੇ ਤਰ੍ਹਾਂ ਤਰ੍ਹਾਂ ਦੇ ਹੋ ਗਏ, ਜਿਵੇਂ ਕਿ ਪੌਲੁਸ ਕਹਿੰਦਾ ਹੈ ਪਹਿਲਾ ਕੁਰਿੰਥੀਆਂ ਉਹਦਾ 12 ਅਧਿਆਇ, ਉਹਦੇ ਵਿੱਚ ਉਹ ਕਹਿੰਦਾ ਹੈ ਕਿ ਚਰਚ ਜੋ ਹੈ, ਕਲੀਸਿਆ ਜੋ ਹੈ, ਉਹ ਭਾਂਤ ਤਰ੍ਹਾਂ ਦੇ ਅੰਗਾਂ ਨਾਲ ਬਣੀ ਹੋਈ ਹੈ। ਜਿਵੇਂ ਕਿ ਇੱਕ ਕਾਰ ਦਾ ਇੰਜਨ ਜਦੋਂ ਹੁੰਦਾ, ਜੇ ਅਸੀਂ ਕਾਰ ਦੇ ਇੰਜਨ ਦੀ ਗੱਲ ਕਰੀਏ, ਉਹਦੇ ਵਿੱਚ ਵੱਡੇ ਪਾਰਟਸ ਵੀ ਹੁੰਦੇ ਹਨ, ਉਹਦੇ 'ਚ ਛੋਟੇ ਪਾਰਟਸ ਵੀ ਹੁੰਦੇ ਹਨ। ਪਰ ਹਰ ਇੱਕ ਪਾਰਟ ਜ਼ਰੂਰੀ ਹੈ, ਕਿਉਂਕਿ ਜੇ ਛੋਟਾ ਪਾਰਟ ਕਿਤੇ ਖਰਾਬ ਹੋ ਗਿਆ ਤਾਂ ਪੂਰਾ ਇੰਜਨ ਖਰਾਬ ਹੋ ਸਕਦਾ ਹੈ। ਇਸੇ ਤਰ੍ਹਾਂ ਚਾਹੇ ਕੋਈ ਕਿਸੇ ਇਨਸਾਨ ਦਾ ਅਹੁਦਾ ਚਰਚ ਵਿੱਚ ਵੱਡਾ ਹੈ ਜਾਂ ਛੋਟਾ ਹੈ, ਪਰ ਉਹ ਸਾਰੇ ਹੀ ਇਕੁਅਲੀ ਇੱਕ ਉਹਨਾਂ ਦਾ ਰੁਤਬਾ ਹੁੰਦਾ ਹੈ। ਉਹ ਕਿਉਂਕਿ ਜੇ ਛੋਟਾ ਪੁਰਜਾ ਕੰਮ ਕਰਨਾ ਬੰਦ ਕਰ ਦੇਵੇ ਤਾਂ ਵੱਡਾ ਪੁਰਜਾ ਵੀ ਨਹੀਂ ਚੱਲ ਸਕਦਾ। ਜੇ ਵੱਡਾ ਪੁਰਜਾ ਨਹੀਂ ਚੱਲ ਸਕਦਾ ਅਤੇ ਛੋਟੇ ਪੁਰਜੇ ਦਾ ਕੋਈ ਇਸਤੇਮਾਲ ਹੈ ਨਹੀਂ ਹੈ। ਇਸੇ ਤਰ੍ਹਾਂ ਜਿਵੇਂ ਸਾਡੇ ਸਰੀਰ ਵਿੱਚ ਡਿਫਰੈਂਟ ਅੰਗ ਹੁੰਦੇ ਹਨ ਅਤੇ ਸਾਰੇ ਅੰਗਾਂ ਦਾ ਇੱਕ ਡਿਫਰੈਂਟ ਉਪਯੋਗ ਹੁੰਦਾ ਹੈ, ਪਰ ਸਾਰੇ ਅੰਗ ਸਰੀਰ ਨੂੰ ਚਲਾਉਂਦੇ ਹਨ। ਉਸੇ ਤਰ੍ਹਾਂ ਸਾਰੇ ਮੈਂਬਰ ਚਰਚਾਂ ਦੇ ਵਿੱਚ ਚਰਚਾਂ ਨੂੰ ਚਲਾਉਂਦੇ ਹਨ। ਅਤੇ ਇਹ ਗੱਲ ਹੋ ਗਈ, ਅਸੀਂ ਚਰਚ ਮੈਂਬਰਾਂ ਦੀ ਹੁਣ ਗੱਲ ਕਰਦੇ ਹਾਂ। ਅਤੇ ਪਤਰਸ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਆਪਣੇ ਪਾਸਟਰਾਂ ਦੇ ਅੰਦਰ ਰਹਿ ਕੇ ਚੱਲੋ, ਨਿਮਰਤਾ ਦੇ ਵਿੱਚ ਆਪਣੇ ਪਾਸਟਰਾਂ ਦੀ ਗੱਲਾਂ ਨੂੰ ਸੁਣੋ। ਜੇ ਉਹ ਤੁਹਾਨੂੰ ਕੋਈ ਚੰਗੀ ਗੱਲ ਦੱਸਦੇ ਹਨ, ਉਹਨਾਂ ਦੀ ਗੱਲਾਂ ਨੂੰ ਸੁਣੋ। ਉਹ ਤੁਹਾਡਾ ਚੰਗਾ ਚਾਹੁੰਦੇ ਹਨ, ਉਹ ਤੁਹਾਡਾ ਮਾੜਾ ਨਹੀਂ ਚਾਹੁੰਦੇ। ਅਤੇ ਉਹ ਕਹਿੰਦਾ ਹੈ ਕਿ ਆਪਣੇ ਆਪ ਨੂੰ ਹਲੀਮ ਕਰਕੇ ਪ੍ਰਭੂ ਦੇ ਨਾਲ ਚੱਲਦੇ ਰਹੋ। ਕਿਉਂਕਿ ਪਰਮੇਸ਼ਰ ਘਮੰਡੀ ਬੰਦਿਆਂ ਨੂੰ ਦੇ ਖਿਲਾਫ ਹੈ, ਪਰ ਉਹ ਹਮੇਸ਼ਾ ਜਿਹੜੇ ਹਲੀਮ ਹੁੰਦੇ ਹਨ ਉਹਨਾਂ ਉੱਤੇ ਕਿਰਪਾ ਦਿਖਾਉਂਦਾ ਹੈ।
ਇਸੇ ਤਰ੍ਹਾਂ ਉਹ ਕਹਿੰਦਾ ਹੈ ਇਸੇ ਲਈ ਪਰਮੇਸ਼ਰ ਦੇ ਸ਼ਕਤੀਸ਼ਾਲੀ ਹੱਥ ਹੇਠਾਂ ਨਿਮਰ ਰਹੋ, ਫਿਰ ਉਹ ਤੁਹਾਨੂੰ ਸਹੀ ਸਮੇਂ ਆਉਣ 'ਤੇ ਉੱਚਾ ਵੀ ਉਠਾਵੇਗਾ। ਹੁਣ ਜੇ ਤੁਸੀਂ ਆਤਮਿਕ ਤੌਰ 'ਤੇ ਅੱਗੇ ਵਧਣਾ ਚਾਹੁੰਦੇ ਹੋ ਅਤੇ ਪ੍ਰਭੂ ਦਾ ਕੰਮ ਆਪਣੀ ਜ਼ਿੰਦਗੀ 'ਚ ਦਿਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਨਿਮਰ ਹੋਣ ਦੀ ਲੋੜ ਹੈ। ਸਾਨੂੰ ਆਪਣੇ ਆਪ ਨੂੰ ਹਲੀਮ ਕਰਨ ਦੀ ਲੋੜ ਹੈ। ਵਚਨ ਦੇ ਅੰਦਰ ਰਹਿ ਕੇ ਹਲੀਮ ਹੋ ਜਾਵੋ। ਜੇ ਯਿਸੂ ਮਸੀਹ ਦਾ ਵਚਨ ਤੁਸੀਂ ਸੁਣਦੇ ਹੋ, ਉਸਦੇ ਵਚਨ 'ਤੇ ਚੱਲੋ। ਪ੍ਰਭੂ ਤੋਂ ਪ੍ਰਾਰਥਨਾ ਕਰੋ, ਹੇ ਪ੍ਰਭੂ ਮੈਨੂੰ ਆਪਣੇ ਵਚਨ 'ਤੇ ਚੱਲਣ ਲਈ ਸ਼ਕਤੀ ਦੇ। ਮੈਨੂੰ ਜੋ ਚੰਗੇ ਪਾਸਟਰ ਸਾਨੂੰ ਕੋਈ ਹਿਦਾਇਤਾਂ ਦਿੰਦੇ ਹਨ, ਉਹ ਸਾਡੇ ਭਲੇ ਲਈ ਹੁੰਦੀਆਂ ਹਨ। ਉਹ ਖੁਦਾਵੰ ਸਾਨੂੰ ਚੱਲਣ ਦਾ ਬਲ ਬਖਸ਼, ਕਿਉਂਕਿ ਅਸੀਂ ਇੱਦਾਂ ਦੇ ਜ਼ਮਾਨੇ 'ਚ ਰਹਿੰਦੇ ਹਾਂ ਜਿਸ ਜ਼ਮਾਨੇ ਦੇ ਵਿੱਚ ਕੋਈ ਅਥੋਰਿਟੀ ਨੂੰ ਪਸੰਦ ਨਹੀਂ ਕਰਦਾ। ਕੋਈ ਤੁਹਾਨੂੰ ਤਾਕੀਦ ਦੇਵੇ, ਤੁਹਾਨੂੰ ਕੋਈ ਇੱਕ ਸੁਜੈਸ਼ਨ ਦੇਵੇ, ਸਾਨੂੰ ਕਈ ਵਾਰੀ ਉਹ ਚੰਗਾ ਨਹੀਂ ਲੱਗਦਾ। ਕਿਉਂਕਿ ਸਾਡੇ ਵਿੱਚ ਕਈ ਵਾਰੀ ਘਮੰਡ ਬਹੁਤ ਹੁੰਦਾ ਹੈ ਅਤੇ ਸਾਨੂੰ ਲੱਗਦਾ ਹੈ ਕਿ ਉਹ ਜਿਹੜਾ ਬੰਦਾ ਗੱਲ ਕਰਦਾ ਹੈ ਉਹ ਸਾਡੇ ਲਈ ਗਲਤ ਕਰਦਾ ਹੈ, ਸਾਨੂੰ ਥੱਲੇ ਦਿਖਾਉਣਾ ਚਾਹੁੰਦਾ ਹੈ। ਚਰਚਾਂ ਦੇ ਵਿੱਚ ਵੀ ਕਈ ਵਾਰੀ ਇੱਦਾਂ ਦੀਆਂ ਗੱਲਾਂ ਹੁੰਦੀਆਂ ਹਨ, ਪਰ ਇਹ ਗੱਲਾਂ ਹੋਣੀਆਂ ਚਾਹੀਦੀਆਂ ਨਹੀਂ ਹਨ। ਕਿਉਂਕਿ ਪ੍ਰਭੂ ਤੁਹਾਨੂੰ ਪਿਆਰ ਕਰਦਾ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਪ੍ਰਭੂ ਦੇ ਪਿਆਰ ਵਿੱਚ ਵਧੋ, ਉਸ ਦੀ ਹਲੀਮੀ ਵਿੱਚ ਵਧੋ। ਪ੍ਰਭੂ ਯਿਸੂ ਮਸੀਹ ਨੇ ਖੁਦ ਆਪਣੇ ਆਪ ਨੂੰ ਹਲੀਮ ਕਰ ਲਿਆ ਆਪਣੇ ਪਿਤਾ ਦੇ ਮੂਹਰੇ। ਕਿੰਨੀ ਵੱਡੀ ਗੱਲ ਹੈ। ਅਤੇ ਉਹ ਕਹਿੰਦਾ ਹੈ ਕਿ ਫਿਰ ਜਦੋਂ ਤੁਸੀਂ ਇੱਦਾਂ ਚੱਲਦੇ ਰਹੋਗੇ, ਤੁਹਾਨੂੰ ਕੀ ਉੱਚਾ ਵੀ ਉਠਾਵੇਗਾ। ਆਪਣੀਆਂ ਸਾਰੀਆਂ ਚਿੰਤਾਵਾਂ ਉਸ ਵੱਲ ਮੋੜ ਦਿਓ, ਕਿਉਂਕਿ ਉਹ ਤੁਹਾਡਾ ਧਿਆਨ ਰੱਖਦਾ ਹੈ। ਅਤੇ ਜਦੋਂ ਪਾਸਟਰ ਲੋਕ ਸਾਨੂੰ ਦੱਸਦੇ ਹਨ ਕੋਈ ਗੱਲਾਂ, ਉਹ ਸਾਡੇ ਲਈ ਦੱਸਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਤੁਸੀਂ ਚਿੰਤਾ ਨਾ ਕਰੋ, ਬਲਕਿ ਪ੍ਰਭੂ ਵੱਲ ਧਿਆਨ ਰੱਖੋ। ਜੇ ਤੁਹਾਡੀ ਸਾਰੀ ਚਿੰਤਾ ਤੁਹਾਡੇ ਪਰਿਵਾਰ ਉੱਤੇ ਲੱਗੀ ਹੋਈ ਹੈ, ਤੁਹਾਡੇ ਕੰਮ ਉੱਤੇ ਲੱਗੀ ਹੋਈ ਹੈ, ਪੈਸੇ ਵੱਲ ਲੱਗੀ ਹੋਈ ਹੈ, ਫਿਰ ਤੁਸੀਂ ਪ੍ਰਭੂ ਵੱਲ ਕਿਵੇਂ ਧਿਆਨ ਕਰ ਸਕਦੇ ਹੋ। ਮੈਂ ਬਾਰ-ਬਾਰ ਕਹਿੰਦਾ ਹਾਂ, ਇਹ ਪਰਿਵਾਰ, ਪੈਸਾ, ਸਾਰਾ ਕੁਝ ਚੀਜ਼ਾਂ ਦਾ ਆਪਣਾ ਥਾਂ ਹੈ ਸਾਡੀ ਜ਼ਿੰਦਗੀਆਂ ਦੇ ਵਿੱਚ, ਪਰ ਇਹਨਾਂ ਦਾ ਥਾਂ ਪ੍ਰਭੂ ਯਿਸੂ ਮਸੀਹ ਤੋਂ ਉੱਤੇ ਨਹੀਂ ਹੈ। ਇਸ ਕਰਕੇ ਪ੍ਰਭੂ ਵੱਲ ਦੇਖੋ, ਨਾ ਕਿ ਇਹਨਾਂ ਚੀਜ਼ਾਂ ਵੱਲ। ਜੇ ਤੁਹਾਡਾ ਸਾਰਾ ਧਿਆਨ, ਤੁਹਾਡਾ ਸਾਰੀ ਸ਼ਕਤੀ ਸਿਰਫ ਇਹਨਾਂ ਦੁਨਿਆਵੀ ਚੀਜ਼ਾਂ 'ਤੇ ਲੱਗੀ ਹੋਈ ਹੈ, ਤੁਹਾਡਾ ਧਿਆਨ, ਤੁਹਾਡਾ ਦਿਮਾਗ, ਤੁਹਾਡੀ ਖੁਸ਼ੀ, ਸਭ ਕੁਛ ਇਹਨਾਂ ਚੀਜ਼ਾਂ ਨਾਲ ਜੁੜੀ ਹੋਈ ਹੈ, ਫਿਰ ਤੁਹਾਡੇ ਵਿੱਚ ਪ੍ਰਭੂ ਕਿਵੇਂ ਕੰਮ ਕਰ ਸਕਦਾ ਹੈ। ਇਹ ਆਪਣੇ ਆਪ ਨੂੰ ਇੱਕ ਜਾਂਚਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ। ਉਹ ਕਹਿੰਦਾ ਹੈ ਕਿ ਆਪਣੀ ਚਿੰਤਾਵਾਂ ਨੂੰ ਉਸ ਵੱਲ ਮੋੜ ਦਿਓ, ਕਿਉਂਕਿ ਉਹ ਤੁਹਾਡਾ ਧਿਆਨ ਰੱਖਦਾ ਹੈ। ਪ੍ਰਭੂ ਸਾਡੇ ਸਾਰਿਆਂ ਦਾ ਧਿਆਨ ਰੱਖਦਾ ਹੈ। ਪ੍ਰਭੂ ਬਹੁਤ ਕਾਬਿਲ ਪ੍ਰਭੂ ਹੈ। ਉਹ ਬਹੁਤ ਹੀ ਕਾਬਿਲ ਖੁਦਾ ਹੈ। ਉਹ ਸਾਡਾ ਧਿਆਨ ਰੱਖਦਾ ਹੈ ਅਤੇ ਅਸੀਂ ਕਦੀ ਉਹਦੇ ਹੱਥੋਂ ਨਿਕਲ ਨਹੀਂ ਸਕਦੇ, ਕਿਉਂਕਿ ਉਹ ਸਾਨੂੰ ਬਚਾਉਂਦਾ ਹੈ। ਅਤੇ ਫਿਰ ਉਹ ਪਤਰਸ ਕਹਿੰਦਾ ਹੈ, ਖੁਦ 'ਤੇ ਕਾਬੂ ਰੱਖੋ। ਕਾਬੂ ਰੱਖਣ ਦਾ ਮਤਲਬ ਇਹ ਹੈ ਕਿ ਆਪਣੇ ਦਿਮਾਗ 'ਤੇ ਕਾਬੂ ਰੱਖੋ। ਆਪਣੇ ਦਿਮਾਗ ਨੂੰ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਨਾਲ ਭਰ ਦਿਓ। ਰੋਜ਼ ਬਾਈਬਲ ਪੜ੍ਹੋ, ਰੋਜ਼ ਪ੍ਰਾਰਥਨਾ ਕਰੋ, ਕਿਉਂਕਿ ਇਹ ਬਹੁਤ ਚੀਜ਼ਾਂ ਜ਼ਰੂਰੀ ਹਨ। ਅਸੀਂ ਇਸ ਸਮੇਂ 'ਚੋਂ ਨਿਕਲ ਰਹੇ ਹਾਂ ਜਿਸ ਸਮੇਂ ਵਿੱਚ ਕਈ ਲੋਕ ਪ੍ਰਭੂ ਨੂੰ ਨਹੀਂ ਜਾਣਦੇ ਜਾਂ ਨਹੀਂ ਮੰਨਦੇ, ਅਤੇ ਕਈ ਮਸੀਹੀ ਲੋਕ ਵੀ ਨਾਂ ਦੇ ਮਸੀਹੀ ਹਨ ਪਰ ਕੰਮ ਦੇ ਮਸੀਹ ਨਹੀਂ ਹਨ। ਚਰਚਾਂ ਦੇ ਵਿੱਚ ਆਉਂਦੇ ਹਨ ਪਰ ਉਹਨਾਂ ਦਾ ਧਿਆਨ ਕਿਤੇ ਹੋਰ ਲੱਗਿਆ ਹੋਇਆ ਹੈ। ਆਪਣਾ ਧਿਆਨ ਪ੍ਰਭੂ ਵੱਲ ਮੋੜੋ, ਖੁਦਾਵਨ ਵੱਲ ਅੱਖਾਂ ਮੋੜੋ, ਤਾਂ ਕਿ ਤੁਸੀਂ ਦੇਖ ਸਕੋ ਖੁਦਾਵਨ ਤੁਹਾਡੇ ਤੋਂ ਕੀ ਚਾਹੁੰਦਾ ਹੈ ਅਤੇ ਖੁਦਾਵਨ ਤੁਹਾਨੂੰ ਕੀ ਦੇਣਾ ਚਾਹੁੰਦਾ ਹੈ। ਉਹ ਕਹਿੰਦਾ ਖੁਦ 'ਤੇ ਕਾਬੂ ਰੱਖੋ, ਆਪਣੀ ਭਾਵਨਾਵਾਂ 'ਤੇ ਕਾਬੂ ਰੱਖੋ। ਲੜੋ ਨਾ, ਗੁੱਸਾ ਨਾ ਕਰੋ, ਕਿਸੇ ਨੂੰ ਬੁਰਾ ਨਾ ਕਹੋ, ਕਿਸੇ ਲਈ ਬੁਰਾ ਨਾ ਸੋਚੋ। ਆਪਣੇ ਆਪ 'ਤੇ ਕਾਬੂ ਰੱਖੋ, ਗਲਤ ਕੰਮਾਂ 'ਚ ਨਾ ਪਵੋ, ਗਲਤ ਸੋਚਾਂ ਵਿੱਚ ਨਾ ਪਵੋ। ਆਪਣੇ ਉੱਤੇ ਕਾਬੂ ਰੱਖੋ, ਸੁਚੇਤ ਰਹੋ। ਕਿਉਂ ਕਹਿੰਦਾ ਹੈ ਪਤਰਸ? ਕਿਉਂਕਿ ਸ਼ੈਤਾਨ ਤੁਹਾਡਾ ਦੁਸ਼ਮਣ ਹੈ। ਸ਼ੈਤਾਨ ਤੁਹਾਡਾ ਦੁਸ਼ਮਣ ਹੈ। ਪਤਰਸ ਗੱਲ ਕਰਦਾ ਹੈ ਸ਼ੈਤਾਨ ਦੀ। ਉਹ ਕਹਿੰਦਾ ਹੈ ਕਿ ਜੇ ਅਸੀਂ ਆਪਣੇ 'ਤੇ ਕਾਬੂ ਨਹੀਂ ਰੱਖਾਂਗੇ, ਸ਼ੈਤਾਨ ਸਾਡੇ ਉੱਤੇ ਕਾਬੂ ਹੋ ਜਾਵੇਗਾ। ਇਸੇ ਲਈ ਨਿਮਰਤਾ ਵਿੱਚ ਚੱਲਦੇ ਰਹੋ, ਚਿੰਤਾ ਨਾ ਕਰੋ, ਕਿਉਂਕਿ ਜਦੋਂ ਤੁਸੀਂ ਹਲੀਮੀ 'ਚ ਨਹੀਂ ਚੱਲੋਗੇ ਅਤੇ ਚਿੰਤਾ ਵਿੱਚ ਚੱਲੋਗੇ, ਕੀ ਹੋਵੇਗਾ? ਸ਼ੈਤਾਨ ਤੁਹਾਡੇ ਉੱਤੇ ਹਾਵੀ ਹੋ ਜਾਵੇਗਾ। ਅਤੇ ਸ਼ੈਤਾਨ ਤਾਂ ਚਾਹੁੰਦਾ ਹੀ ਹੈ ਕਿ ਤੁਸੀਂ ਪ੍ਰਭੂ ਨੂੰ ਛੱਡ ਦੇਵੋ। ਸ਼ੈਤਾਨ ਤਾਂ ਚਾਹੁੰਦਾ ਹੀ ਹੈ ਕਿ ਤੁਸੀਂ ਪ੍ਰਭੂ ਤੋਂ ਮੁੜ ਜਾਵੋ। ਸ਼ੈਤਾਨ ਤਾਂ ਚਾਹੁੰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਨਾਸ਼ ਕਰ ਲਵੋ, ਆਪਣੇ ਰਿਸ਼ਤੇ ਨਾਤਿਆਂ ਦਾ ਨਾਸ਼ ਕਰ ਲਵੋ। ਸ਼ੈਤਾਨ ਇਹ ਸਾਰੀਆਂ ਗੱਲਾਂ ਚਾਹੁੰਦਾ ਹੈ। ਸ਼ੈਤਾਨ ਚਾਹੁੰਦਾ ਹੈ ਕਿ ਹਸਬੈਂਡ ਵਾਈਫ 'ਚ ਝਗੜਾ ਹੋਵੇ। ਸ਼ੈਤਾਨ ਚਾਹੁੰਦਾ ਹੈ ਕਿ ਮਾਂ ਬਾਪ ਆਪਣੇ ਬੇਟੇ ਬੇਟੀਆਂ ਨੂੰ ਬੁਰਾ ਕਹਿਣ, ਜਾਂ ਬੇਟੇ ਬੇਟੀਆਂ ਆਪਣੇ ਮਾਂ ਬਾਪ ਨੂੰ ਬੁਰਾ ਕਹਿਣ। ਸ਼ੈਤਾਨ ਚਾਹੁੰਦਾ ਹੈ ਕਿ ਤੁਹਾਡੇ ਕੰਮ ਛੁੱਟ ਜਾਣ। ਸ਼ੈਤਾਨ ਚਾਹੁੰਦਾ ਹੈ ਕਿ ਤੁਸੀਂ ਪਾਪ 'ਚ ਫਸ ਜਾਵੋ ਅਤੇ ਪ੍ਰਭੂ ਨੂੰ ਭੁੱਲ ਜਾਵੋ। ਇਹ ਸ਼ੈਤਾਨ ਚਾਹੁੰਦਾ ਹੈ ਅਤੇ ਉਹ ਸਾਨੂੰ ਪਰਤਾਉਂਦਾ ਵੀ ਹੈ। ਉਹ ਆਉਂਦਾ ਹੈ, ਪਰਤਾਉਂਦਾ ਹੈ, ਪਰ ਜੇ ਅਸੀਂ ਪ੍ਰਭੂ ਦੇ ਵਿੱਚ ਹੋ ਕੇ ਹਲੀਮੀ ਨਾਲ ਚੱਲੀਏ ਅਤੇ ਸ਼ੈਤਾਨ ਸਾਡੇ ਤੋਂ ਦੌੜ ਜਾਂਦਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਅਸੀਂ ਸ਼ੈਤਾਨ ਨੂੰ ਆਪਣੇ ਪੈਰਾਂ ਹੇਠਾਂ ਕੁਚਲ ਦਿੰਦੇ ਹਨ। ਕਿੰਨੀ ਕਹਿ ਲਓ ਇੱਕ ਬੁਰੀ ਗੱਲ ਹੈ।
ਜਿਹੜੀ ਚੀਜ਼ ਨੂੰ ਤੁਸੀਂ ਦੇਖ ਹੀ ਨਹੀਂ ਸਕਦੇ, ਉਹ ਚੀਜ਼ ਨੂੰ ਤੁਸੀਂ ਕਿਵੇਂ ਮਿੱਧ ਸਕਦੇ ਹੋ? ਸ਼ੈਤਾਨ ਤਾਂ ਇੱਕ ਬਹੁਤ ਹੀ ਪਾਵਰਫੁਲ ਆਤਮਾ ਹੈ, ਬਹੁਤ ਹੀ ਸ਼ਕਤੀਸ਼ਾਲੀ ਆਤਮਾ ਹੈ ਸ਼ੈਤਾਨ। ਹਾਲਾਂਕਿ ਉਹ ਯਿਸੂ ਮਸੀਹ ਦੇ ਇਕੁਅਲ ਨਹੀਂ ਹੈ, ਪਰ ਫਿਰ ਵੀ ਉਹਦੇ ਵਿੱਚ ਬਹੁਤ ਸ਼ਕਤੀ ਹੈ। ਉਹ ਸ਼ਕਤੀ ਖੁਦਾਵੰਦ ਨੇ ਹੀ ਉਹਨੂੰ ਦਿੱਤੀ ਹੋਈ ਹੈ। ਇਸ ਕਰਕੇ ਸਾਨੂੰ ਜਾਣਨ ਦੀ ਲੋੜ ਹੈ ਕਿ ਸ਼ੈਤਾਨ ਨਾਲ ਤੁਸੀਂ ਲੜ ਨਹੀਂ ਸਕਦੇ। ਸ਼ੈਤਾਨ ਦੇ ਖਿਲਾਫ ਤੁਸੀਂ ਸਿਰਫ ਖੜ ਸਕਦੇ ਹੋ। ਜਦੋਂ ਅਸੀਂ ਅਫਸੀਆਂ ਦਾ ਖੱਤ ਪੜ੍ਹਦੇ ਹਾਂ 6ਵਾਂ ਅਧਿਆਇ, ਉਹਦੇ ਵਿੱਚ ਪੌਲੁਸ ਕੀ ਕਹਿੰਦਾ ਹੈ ਕਿ ਤੁਸੀਂ ਦ੍ਰਿੜ ਖੜੇ ਰਹੋ। ਕਦੀ ਪੌਲੁਸ ਇਹ ਨਹੀਂ ਕਹਿੰਦਾ ਕਿ ਤੁਸੀਂ ਸ਼ੈਤਾਨ ਦੇ ਨਾਲ ਜਾ ਕੇ ਲੜੋ ਜਾਂ ਉਸ ਨੂੰ ਪੈਰਾਂ ਹੇਠਾਂ ਮਿੰਧ ਦਿਓ। ਇਹ ਕਿੱਥੇ ਬਾਈਬਲ 'ਚ ਲਿਖਿਆ ਹੋਇਆ ਹੈ? ਲੋਕੀ ਇੱਕ ਦੂਜੇ ਦੀ ਗੱਲ ਨੂੰ ਸੁਣ ਕੇ ਉਹ ਆਪਣੀਆਂ ਕਹਾਣੀਆਂ ਬਣਾ ਲੈਂਦੇ ਹਨ। ਪਾਸਟਰ ਕਈ ਆਪਣੀਆਂ ਕਹਾਣੀਆਂ ਬਣਾ ਲੈਂਦੇ ਹਨ ਅਤੇ ਉਹ ਕਹਿੰਦੇ ਹਨ ਕਿ ਅਸੀਂ ਸ਼ੈਤਾਨ ਨੂੰ ਮਿੰਧ ਦਿੱਤਾ ਆਪਣੇ ਪੈਰਾਂ ਹੇਠਾਂ। ਕੁਛ ਨਹੀਂ ਤੁਸੀਂ ਕਰ ਸਕਦੇ ਸ਼ੈਤਾਨ ਦਾ। ਤੁਸੀਂ ਸ਼ੈਤਾਨ ਦਾ ਇੱਕ ਬਾਲ ਵੀ ਵਾਕਾ ਨਹੀਂ ਕਰ ਸਕਦੇ, ਪਰ ਪ੍ਰਭੂ ਦੇ ਵਚਨ ਵਿੱਚ ਤੁਸੀਂ ਖੜ ਸਕਦੇ ਹੋ। ਜਦੋਂ ਉਹ ਤੁਹਾਨੂੰ ਵਰਤਾਉਣ ਆਉਂਦਾ ਹੈ, ਤੁਸੀਂ ਡਰੋ ਨਾ, ਖੁਦਾਵੰਦ 'ਚ ਖੜੇ ਰਹੋ ਅਤੇ ਉਹ ਕੀ ਤੁਹਾਨੂੰ ਛੱਡ ਕੇ ਚੱਲ ਜਾਵੇਗਾ। ਜਿਵੇਂ ਕਿ ਅਸੀਂ ਪੜ੍ਹਦੇ ਹਾਂ ਲੂਕਾ ਦੀ ਇੰਜੀਲ ਉਸਦਾ 4 ਅਧਿਆਇ, ਉਹਦੇ ਵਿੱਚ ਵੀ ਪ੍ਰਭੂ ਯਿਸੂ ਮਸੀਹ ਨੇ ਸ਼ੈਤਾਨ ਦਾ ਕਿੱਦਾਂ ਮੁਕਾਬਲਾ ਕੀਤਾ। ਪ੍ਰਭੂ ਯਿਸੂ ਮਸੀਹ ਨੇ ਬਾਈਬਲ ਵਿੱਚੋਂ ਸ਼ੈਤਾਨ ਨੂੰ ਵਚਨ ਦੱਸਿਆ ਅਤੇ ਕਿਹਾ ਕਿ ਵਚਨ 'ਚ ਇਹ ਲਿਖਿਆ ਹੋਇਆ ਹੈ, ਅਤੇ ਸ਼ੈਤਾਨ ਜਦੋਂ ਉਸ ਨੂੰ ਭਰਮਾਉਂਦਾ ਸੀ ਅਤੇ ਉਸ ਨੂੰ ਛੱਡ ਕੇ ਚਲਾ ਗਿਆ। ਪਰ ਉਸ ਵਚਨ ਵਿੱਚ ਅਸੀਂ ਦੇਖਦੇ ਹਾਂ ਲੂਕਾ ਦੀ ਇੰਜੀਲ ਉਸਦਾ 4 ਅਧਿਆਇ, ਉਹਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਕਿਵੇਂ ਸ਼ੈਤਾਨ ਦੁਬਾਰਾ ਪਰਤਾਉਣ ਦਾ ਇੱਕ ਸਮਾਂ ਟੋਲਣ ਲੱਗ ਪਿਆ। ਇਸੇ ਤਰ੍ਹਾਂ ਜਦੋਂ ਸ਼ੈਤਾਨ ਸਾਡੀ ਜ਼ਿੰਦਗੀ 'ਚ ਆਉਂਦਾ ਹੈ, ਸਾਨੂੰ ਭਰਮਾਉਂਦਾ ਹੈ ਅਤੇ ਅਸੀਂ ਉਸ ਦੇ ਭਰਮਾਵੇ ਵਿੱਚ ਨਹੀਂ ਆਉਂਦੇ ਅਤੇ ਸ਼ੈਤਾਨ ਸਾਨੂੰ ਛੱਡ ਕੇ ਚੱਲ ਜਾਂਦਾ ਹੈ, ਪਰ ਉਹ ਫਿਰ ਆਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਜਿਹੜੀ ਇੱਕ ਸਾਡੀ ਜਿਹੜੀ ਜੰਗ ਹੈ ਸ਼ੈਤਾਨੀ ਖਿਆਲਾਂ ਦੇ ਨਾਲ, ਇਹ ਹਮੇਸ਼ਾ ਹੀ ਚੱਲਦੀ ਰਹਿੰਦੀ ਹੈ। ਜਦ ਤੱਕ ਅਸੀਂ ਪ੍ਰਭੂ ਯਿਸੂ ਮਸੀਹ ਦੇ ਕੋਲ ਚਲੇ ਨਹੀਂ ਜਾਂਦੇ, ਤਦ ਤੱਕ ਇਹ ਜੰਗ ਚੱਲਦੀ ਰਹੇਗੀ। ਇਸੇ ਕਰਕੇ ਸਾਨੂੰ ਵਿਸ਼ਵਾਸ ਦੀ ਢਾਲ, ਜੋ ਇੱਕ ਮੁਕਤੀ ਦਾ ਮੁਕਟ ਹੈ, ਅਤੇ ਹੋਰ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਅਫਸੀਆਂ ਦੇ ਖੱਤ ਵਿੱਚ, ਉਹ ਸਾਨੂੰ ਕੀ ਆਪਣੀ ਜ਼ਿੰਦਗੀਆਂ 'ਚ ਰੱਖਣੀਆਂ ਚਾਹੀਦੀਆਂ ਹਨ। ਅਤੇ ਜਦੋਂ ਪਤਰਸ ਸ਼ੈਤਾਨ ਦੀ ਗੱਲ ਕਰਦਾ ਹੈ ਅਤੇ ਉਹ ਕਹਿੰਦਾ ਹੈ ਆਪਣੇ ਐਕਸਪੀਰੀਅੰਸ ਤੋਂ, ਕਿਉਂਕਿ ਲੂਕਾ ਦੀ ਇੰਜੀਲ ਉਹਦਾ 22 ਅਧਿਆਇ ਵਿੱਚ ਅਸੀਂ ਪੜ੍ਹਦੇ ਹਾਂ 31 ਤੋਂ 34 ਆਇਤ ਵਿੱਚ, ਜਦੋਂ ਪ੍ਰਭੂ ਯਿਸੂ ਮਸੀਹ ਪਤਰਸ ਨੂੰ ਕਹਿੰਦਾ ਹੈ ਹੇ ਸਿਮਿਓਨ, ਤੈਨੂੰ ਸ਼ੈਤਾਨ ਨੇ ਮੰਗ ਲਿਆ ਹੈ ਕਿ ਉਹ ਤੈਨੂੰ ਇੱਕ ਕਣਕ ਦੇ ਬੀਜ ਵਾਂਗੂ ਫੇਹ ਦੇਵੇ, ਪਰ ਮੈਂ ਤੇਰੇ ਲਈ ਪ੍ਰਾਰਥਨਾ ਕੀਤੀ ਹੈ। ਅਤੇ ਕਿੰਨੀ ਵੱਡੀ ਗੱਲ ਕਰਦਾ ਯਿਸੂ ਮਸੀਹ। ਉਹ ਜਦੋਂ ਸਾਡੇ ਲਈ ਪ੍ਰਾਰਥਨਾ ਕਰਦਾ ਹੈ, ਜਿੱਦਾਂ ਯਿਸੂ ਮਸੀਹ ਨੇ ਪਤਰਸ ਲਈ ਪ੍ਰਾਰਥਨਾ ਕੀਤੀ, ਉਵੇਂ ਹੀ ਯਿਸੂ ਮਸੀਹ ਨੇ ਸਾਡੇ ਲਈ ਵੀ ਪ੍ਰਾਰਥਨਾ ਕੀਤੀ ਅਤੇ ਕਰਦਾ ਵੀ ਹੈ, ਹੱਲੇ ਵੀ ਕਰਦਾ ਹੈ ਸਵਰਗ ਦੇ ਵਿੱਚ ਸਾਡੇ ਲਈ ਪ੍ਰਾਰਥਨਾ। ਅਸੀਂ ਪੜ੍ਹਦੇ ਹਾਂ ਇਬਰਾਨੀਆਂ ਦੇ ਖੱਤ ਵਿੱਚ। ਇਸ ਕਰਕੇ ਤੁਸੀਂ ਸ਼ੈਤਾਨ ਦਾ ਸਾਹਮਣਾ ਸਿਰਫ ਪ੍ਰਭੂ ਯਿਸੂ ਮਸੀਹ ਦੇ ਵਿੱਚ ਰਹਿ ਕੇ ਹੀ ਕਰ ਸਕਦੇ ਹੋ। ਅਤੇ ਇੱਕ ਜੋ ਸ਼ੈਤਾਨ ਹੈ ਉਹ ਇੱਕ ਦਹਾੜਦੇ ਸ਼ੇਰ ਵਾਂਗੂ ਹੈ, ਅਤੇ ਉਹ ਚਾਹੁੰਦਾ ਹੈ ਕਿ ਉਹ ਲੋਕਾਂ ਨੂੰ ਨਾਸ਼ ਕਰ ਦੇਵੇ। ਪਰ ਜੇ ਤੁਸੀਂ ਯਿਸੂ ਮਸੀਹ 'ਚ ਬਣੇ ਰਹੋਗੇ ਅਤੇ ਤੁਸੀਂ ਪ੍ਰਭੂ ਯਿਸੂ ਮਸੀਹ 'ਚ ਚੱਲਦੇ ਰਹੋਗੇ, ਅਤੇ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਬਣੇ ਰਹੋਗੇ ਤਾਂ ਸ਼ੈਤਾਨ ਤੁਹਾਨੂੰ ਛੱਡ ਕੇ ਚਲਾ ਜਾਵੇਗਾ। ਸ਼ੈਤਾਨ ਨੂੰ ਆਪਣੀ ਜ਼ਿੰਦਗੀਆਂ 'ਚ ਇੱਕ ਜਗ੍ਹਾ ਨਾ ਦੇਵੋ। ਲੜਾਈ ਝਗੜੇ, ਆਰਗੂਮੈਂਟ, ਨਸ਼ੇ, ਬੁਰੀਆਂ ਸੋਚਾਂ, ਬੁਰੀਆਂ ਚੀਜ਼ਾਂ, ਇਹਨਾਂ ਤੋਂ ਦੂਰ ਰਹੋ, ਕਿਉਂਕਿ ਜਦੋਂ ਇਹ ਚੀਜ਼ਾਂ ਸਾਡੀ ਜ਼ਿੰਦਗੀ 'ਚ ਆਉਂਦੀਆਂ ਹਨ ਅਤੇ ਅਸੀਂ ਸ਼ੈਤਾਨ ਨੂੰ ਆਪਣੇ ਉੱਤੇ ਹਾਵੀ ਹੋਣ ਦਾ ਇੱਕ ਮੌਕਾ ਦੇ ਦਿੰਦੇ ਹਾਂ, ਅਤੇ ਪ੍ਰਭੂ ਨਹੀਂ ਚਾਹੁੰਦਾ ਕਿ ਅਸੀਂ ਇਹ ਮੌਕਾ ਦਈਏ। ਅਸੀਂ ਇਹ ਮੌਕਾ ਉਦੋਂ ਨਹੀਂ ਦਿੰਦੇ ਜਦੋਂ ਅਸੀਂ ਹਲੀਮੀ ਵਿੱਚ ਚੱਲਦੇ ਹਾਂ ਅਤੇ ਆਪਣੇ ਚੰਗੇ ਪਾਸਟਰਾਂ ਦੀ ਗੱਲਾਂ ਨੂੰ ਸੁਣਦੇ ਹਾਂ ਅਤੇ ਉਹਨਾਂ ਦੀ ਗੱਲਾਂ 'ਤੇ ਅਮਲ ਕਰਦੇ ਹਾਂ, ਕਿਉਂਕਿ ਇਹ ਜੋ ਪਾਸਟਰ ਹੁੰਦੇ ਹਨ ਇਹ ਪ੍ਰਭੂ ਦਾ ਹੀ ਵਚਨ ਲੈ ਕੇ ਸਾਡੇ ਕੋਲ ਆਉਂਦੇ ਹਨ। ਇਸ ਲਈ ਤੁਸੀਂ ਹਮੇਸ਼ਾ ਪ੍ਰਭੂ ਦੇ ਚੰਗੇ ਸੇਵਕਾਂ ਦਾ ਵਚਨ ਸੁਣਦੇ ਰਹੋ। ਅੰਤ ਵਿੱਚ ਮੈਂ ਇਹੀ ਕਹਿੰਦਾ ਹਾਂ ਕਿ ਜੇ ਤੁਸੀਂ ਇਹ ਗੱਲਾਂ ਕਰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਪ੍ਰਭੂ ਤੁਹਾਨੂੰ ਆਪਣੀ ਕਿਰਪਾ ਦੇ ਨਾਲ ਹੋਰ ਬਰਕਤ ਦੇਵੇਗਾ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਹੀ ਤੁਹਾਨੂੰ ਬੁਲਾਇਆ ਹੈ। ਜੇ ਤੁਸੀਂ ਦੁੱਖ 'ਚੋਂ ਵੀ ਨਿਕਲਦੇ ਹੋ ਅਤੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਲ ਖੜਾ ਰਹਿੰਦਾ ਹੈ। ਕੀ ਤੁਸੀਂ ਪ੍ਰਭੂ ਦੇ ਨਾਲ ਖੜੇ ਹੋ? ਕੀ ਤੁਸੀਂ ਪ੍ਰਭੂ ਦੀਆਂ ਗੱਲਾਂ ਨੂੰ ਸੁਣਦੇ ਹੋ? ਕੀ ਤੁਸੀਂ ਪ੍ਰਭੂ ਦੀਆਂ ਗੱਲਾਂ ਨੂੰ ਆਪਣੇ ਜੀਵਨ 'ਚ ਲੈ ਕੇ ਆਉਂਦੇ ਹੋ? ਕੀ ਤੁਸੀਂ ਯਕੀਨ ਕਰਦੇ ਹੋ ਕਿ ਪ੍ਰਭੂ ਯਿਸੂ ਮਸੀਹ ਚੰਗਾ ਹੈ ਅਤੇ ਉਹ ਤੁਹਾਡੀ ਕੇਅਰ ਕਰਦਾ ਹੈ, ਉਹ ਤੁਹਾਡੇ ਲਈ ਹੈ? ਕਿਉਂਕਿ ਇਹੀ ਪਤਰਸ ਕਹਿ ਰਿਹਾ ਹੈ ਇਹ ਚਰਚ ਦੇ ਲੋਕਾਂ ਨੂੰ। ਉਹ ਕਹਿੰਦਾ ਹੈ ਕਿ ਜੇ ਤੁਸੀਂ ਤਸੀਹੇ 'ਚੋਂ ਵੀ ਨਿਕਲਦੇ ਹੋ, ਪ੍ਰਭੂ ਤੁਹਾਡੇ ਨਾਲ ਖੜਾ ਰਹੇਗਾ।
ਤੇ ਉਹ ਤੁਹਾਨੂੰ ਡਿੱਗਣ ਤੋਂ ਬਚਾ ਲਵੇਗਾ। ਪ੍ਰਭੂ ਵੱਲ ਦੇਖਦੇ ਰਹੋ। ਜਿਹੜਾ ਇਨਸਾਨ ਪ੍ਰਭੂ ਵੱਲ ਨਹੀਂ ਦੇਖਦਾ, ਜਿਹੜਾ ਇਨਸਾਨ ਚਿੰਤਾ ਦੇ ਵਿੱਚ ਫਸ ਕੇ, ਹੰਕਾਰ ਦੇ ਵਿੱਚ ਫਸ ਕੇ, ਗੁੱਸੇ ਦੇ ਵਿੱਚ ਫਸ ਕੇ ਪ੍ਰਭੂ ਨੂੰ ਨਹੀਂ ਜਾਣਦਾ, ਉਹ ਪ੍ਰਭੂ ਤੋਂ ਦੂਰ ਹੋ ਜਾਂਦਾ ਹੈ। ਅਤੇ ਮੈਂ ਤਾਂ ਇਹੀ ਚਾਹੁੰਦਾ ਕਿ ਤੁਸੀਂ ਪ੍ਰਭੂ ਦੇ ਕੋਲ ਆਵੋ, ਨਾ ਕਿ ਪ੍ਰਭੂ ਤੋਂ ਦੂਰ ਜਾਵੋ। ਪ੍ਰਭੂ ਚਾਹੁੰਦਾ ਹੈ ਕਿ ਤੁਸੀਂ ਉਹਦੇ ਵਿੱਚ ਬਣੇ ਰਹੋ, ਅਤੇ ਜੇ ਤੁਸੀਂ ਉਸ ਦੇ ਵਿੱਚ ਬਣੇ ਰਹੋਗੇ, ਉਸ ਦੀ ਸ਼ਕਤੀ ਜਿਹੜੀ ਸਦਾ ਤੱਕ ਰਹਿੰਦੀ ਹੈ ਉਹ ਤੁਹਾਡੇ ਨਾਲ ਵੀ ਰਹੇਗੀ। ਅਤੇ ਇਸੇ ਤਰ੍ਹਾਂ ਪਤਰਸ ਕਹਿੰਦਾ ਹੈ ਉਸ ਦੀ ਸ਼ਕਤੀ ਸਦਾ ਰਹਿੰਦੀ ਹੈ। ਆਮੀਨ। ਹੁਣ ਮੈਂ ਇਹੀ ਤੁਹਾਨੂੰ ਇੱਕ ਤਸੀਹਤ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਕਿਵੇਂ ਪ੍ਰਭੂ ਦੇ ਕੋਲ ਆ ਕੇ ਪ੍ਰਭੂ ਦੀ ਕਿਰਪਾ ਵਿੱਚ ਅੱਗੇ ਵੱਧ ਸਕਦੇ ਹੋ। ਇਹ ਸਾਨੂੰ ਜਾਣਨ ਦੀ ਲੋੜ ਹੈ ਕਿ ਅਸੀਂ ਆਪਣੇ ਮਨਾਂ ਉੱਤੇ ਕਾਬੂ ਰੱਖੀਏ। ਦਿਮਾਗ ਨੂੰ ਅਸੀਂ, ਜੋ ਕਿ ਮਸੀਹ ਯਿਸੂ ਨੇ ਇੱਕ ਸਾਨੂੰ ਚੰਗਾ ਦਿਮਾਗ ਦੇ ਦਿੱਤਾ ਹੈ, ਚੰਗੀ ਸੋਚ ਦੇ ਦਿੱਤੀ ਹੈ, ਉਹਨਾਂ ਸੋਚਾਂ ਵਿੱਚ ਅਸੀਂ ਅੱਗੇ ਵਧੀਏ, ਹਲੀਮੀ ਵਿੱਚ ਚੱਲਦੇ ਰਹੀਏ ਅਤੇ ਲੜਾਈ ਝਗੜੇ ਤੋਂ ਦੂਰ ਰਹੀਏ, ਚੁਗਲੀਆਂ ਤੋਂ ਦੂਰ ਰਹੀਏ, ਲਾਲਚ ਤੋਂ ਦੂਰ ਰਹੀਏ, ਪੈਸੇ ਦੇ ਪਿਆਰ ਤੋਂ ਦੂਰ ਰਹੀਏ, ਹੰਕਾਰ ਤੋਂ ਦੂਰ ਰਹੀਏ, ਆਪਣੀ ਗੱਲ ਮਨਵਾਉਣਾ ਹਮੇਸ਼ਾ ਉਹ ਤੋਂ ਵੀ ਦੂਰ ਰਹੀਏ। ਇੱਕ ਦੂਸਰੇ ਇਨਸਾਨ ਨੂੰ ਚੰਗਾ ਦਰਜਾ ਦੇਵੋ ਆਪਣੀ ਜਗ੍ਹਾ ਜ਼ਿੰਦਗੀ ਦੇ ਵਿੱਚ, ਉਹਨਾਂ ਦੀ ਰਿਸਪੈਕਟ, ਉਹਨਾਂ ਦੀ ਕਦਰ ਕਰੋ ਅਤੇ ਅਲਟੀਮੇਟਲੀ ਪ੍ਰਭੂ ਯਿਸੂ ਮਸੀਹ ਦੀ ਕਦਰ ਕਰੋ, ਜੋ ਕਿ ਸਭ ਤੋਂ ਹੀ ਮਹਾਨ ਹੈ ਅਤੇ ਉਹ ਹੀ ਚਰਚ ਦਾ ਇੱਕ ਮੇਨ ਪਾਸਟਰ ਹੁੰਦਾ ਹੈ। ਚਰਵਾਹਾ ਸਾਡਾ ਯਿਸੂ ਮਸੀਹ ਹੈ ਅਸਲੀ, ਇਸ ਲਈ ਉਸ ਦੇ ਵੱਲ ਦੇਖਦੇ ਰਹੋ ਅਤੇ ਖੁਦਾਵੰਦ ਤੁਹਾਨੂੰ ਹਮੇਸ਼ਾ ਅਸੀਸ ਦੇਵੇਗਾ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦੀਆਂ ਚੰਗੀਆਂ ਭੇਡਾਂ ਵਾਂਗੂ ਉਹਦੇ ਪਿੱਛੇ ਚੱਲਦੇ ਰਹੋ। ਆਮੀਨ।